ਸਿਮਰਨਜੀਤ ਸਿੰਘ ਮਾਨ ਵੱਲੋਂ ਸਿੱਖ ਕੌਮ ਨੂੰ ਸੁਨੇਹਾ। ਉਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਿਜਲੀ ਸੰਸ਼ੋਧਨ ਬਿੱਲ 2022 ਸੰਸਦ ਦੇ ਵਿੱਚ ਪੇਸ਼ ਨਾ ਕਰਨ। ਅੱਜ ਅਸੀਂ ਇਸੇ ਮੁੱਦੇ ਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਸਾਡੇ ਖਾਸ ਪ੍ਰੋਗਰਾਮ ਖਬਰਾਂ ਵਿੱਚੋਂ ਖਬਰ ਦੇ ਵਿੱਚ, ਜਿਹਦੇ ਵਿੱਚ ਅਸੀਂ ਕਰਦੇ ਹਾਂ ਮੁੱਖ ਖਬਰਾਂ ਦੀ ਪੜਤਾਲ। ਅੱਜ ਵੀ ਖਬਰਾਂ ਦੀ ਪੜਤਾਲ ਲਈ ਸਾਡੇ ਨਾਲ ਮੌਜੂਦ ਨੇ ਅਮਨਦੀਪ ਸਿੰਘ ਪਾਪੀ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਖਬਰਾਂ ਵਿੱਚੋਂ ਖਬਰ ਕੀ ਹੈ ਦੱਸਦੇ ਹਾਂ ਸਰ ਜੀ। ਖਬਰਾਂ ਵਿੱਚੋਂ ਖਬਰ ਸੁਣੀ। ਖਬਰ ਦੇ ਵਿੱਚ ਬਿੱਲ ਨਹੀਂ ਲਾਗੂ ਹੋਣ ਦੇਣੇ, ਕਹਿੰਦੇ ਛੱਡਣੀ ਨਹੀਂ ਕੋਈ ਢਿੱਲ। ਫੇਰ ਚਰਚਾ ਵਿੱਚ ਆਏ ਰਾਜਨੀਤੀ ਨਾਲ ਕਿਸਾਨ। ਹੋਰ ਵੀ ਮਸਲੇ ਵੱਡੇ ਨੇ, ਇੱਧਰ ਦਿਓ ਧਿਆਨ, ਇੱਧਰ ਦਿਓ ਧਿਆਨ। ਸਰ, ਪੰਜਾਬ ਆਗੂਆਂ ਵੱਲੋਂ ਇਹ ਇਲਜ਼ਾਮ ਲਾਇਆ ਗਿਆ ਹੈ ਕਿ ਇਹ ਜਿਹੜਾ ਬਿਜਲੀ ਸੰਸ਼ੋਧਨ ਬਿੱਲ 2022 ਹੈ, ਇਹ ਫੈਡਰਲ ਢਾਂਚੇ ਤੇ ਨੁਕਸਾਨ ਹੈ ਤੇ ਇਹ ਵੀ ਇਲਜ਼ਾਮ ਲਾਇਆ ਗਿਆ ਕਿ ਇਸ ਬਿੱਲ ਬਾਰੇ ਕਿਸੇ ਵੀ ਸੂਬੇ ਦੇ ਨਾਲ ਚਰਚਾ ਨਹੀਂ ਕੀਤੀ ਗਈ ਸੀ। ਦੇਖੋ, ਪਹਿਲਾਂ ਵੀ ਇਸ ਤਰ੍ਹਾਂ ਦੇ ਬਿੱਲ ਆਏ ਸੀ। ਪਹਿਲਾਂ ਖੇਤੀ ਬਿੱਲ ਆਏ ਸੀਗੇ, ਫਾਰਮਿੰਗ ਦੇ ਲਈ ਬਿੱਲ ਆਏ ਸੀਗੇ ਤੇ ਉਹਨਾਂ ਲਈ ਪੰਜਾਬ ਦੇ ਤੇ ਦੇਸ਼ ਭਰ ਦੇ ਕਿਸਾਨਾਂ ਨੇ ਧਰਨੇ ਦਿੱਤੇ ਤੇ ਉਹਨਾਂ ਦਾ ਵਿਰੋਧ ਕੀਤਾ ਤੇ ਤਕਰੀਬਨ 1.5 ਸਾਲ ਬਾਅਦ ਉਹ ਰੋਲ ਬੈਕ ਵੀ ਕੀਤੇ ਗਏ, ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ। ਪ੍ਰਧਾਨ ਮੰਤਰੀ ਵੱਲੋਂ ਆਪ ਕਿਹਾ ਗਿਆ ਕਿ ਜੀ ਅਸੀਂ ਇਹ ਬਿੱਲ ਲੋਕਾਂ ਤੱਕ ਸਮਝਾ ਨਹੀਂ ਪਾਏ, ਲੋਕਾਂ ਤੱਕ ਇਹਨਾਂ ਦੀ ਅਹਿਮੀਅਤ ਪਹੁੰਚਾ ਨਹੀਂ ਪਾਏ, ਤਾਂ ਅਸੀਂ ਇਹਨਾਂ ਨੂੰ ਵਾਪਸ ਲੈਂਦੇ ਹਾਂ, ਇਹਨਾਂ ਨੂੰ ਲਾਗੂ ਨਹੀਂ ਕਰਾਂਗੇ। ਤੇ ਜਿੱਥੇ ਗੱਲ ਆਈ ਹੈ ਹੁਣ ਬਿਜਲੀ ਸੰਸ਼ੋਧਨ ਬਿੱਲਾਂ ਦੀ, ਜੇ ਇਹ ਬਿੱਲ ਆਏ ਹੈ ਤਾਂ ਇਹਨਾਂ ਦੇ ਵਿੱਚ ਲੋਕ ਵਿਰੋਧ ਕਿਉਂ ਕਰ ਰਹੇ ਆ? ਲੋਕਾਂ ਨੂੰ ਕੀ ਸਮੱਸਿਆ, ਕਿਸਾਨਾਂ ਨੂੰ ਕੀ ਸਮੱਸਿਆ ਤੇ ਸਰਕਾਰਾਂ ਨੂੰ ਕੀ ਸਮੱਸਿਆ? ਇਹ ਜਦੋਂ ਬਹਿ ਕੇ ਦੇਖਿਆ ਜਾਊਗਾ ਤਾਂ ਪੜਤਾਲ ਕੀਤੀ ਜਾਊਗੀ ਤੇ ਉਹਦਾ ਹੱਲ ਵੀ ਨਿਕਲ ਹੀ ਆਊਗਾ। ਸਰ, ਅਖੀਰਕਾਰ ਇਸ ਬਿੱਲ ਦੇ ਵਿੱਚ ਹੈ ਕਿ 2020 ਤੋਂ ਇਹਦਾ ਵਿਰੋਧ ਹੋ ਰਿਹਾ ਹੈ। ਜਿਵੇਂ ਕੇਜਰੀਵਾਲ ਤੇ ਸੀਐਮ ਭਗਵੰਤ ਮਾਨ ਨੇ ਇਹ ਟਵੀਟ ਕਰਕੇ ਕਿਹਾ ਹੈ ਕਿ ਇਹਦੇ ਨਾਲ ਬਿਜਲੀ ਦੀ ਸਮੱਸਿਆ ਘਟੂਗੀ ਨਹੀਂ, ਹੋਰ ਵਧੂਗੀ, ਤਾਂ ਫਾਇਦਾ ਸਿਰਫ ਕੁਝ ਕੰਪਨੀਆਂ ਨੂੰ ਹੀ ਹੋਊਗਾ। ਹਾਂ ਬਿਲਕੁਲ, ਜੋ ਉਹਨਾਂ ਨੇ ਕਿਹਾ ਉਹ ਉਹਨਾਂ ਦਾ ਡਰ ਹੈ। ਦੇਖੋ, ਹੁਣ ਇਸ ਬਿੱਲ ਦੇ ਵਿੱਚ ਜੋ ਹੈ ਅੰਦਾਜ਼ੇ ਲਗਾਏ ਜਾ ਰਹੇ ਹੈ ਕਿ ਫਾਇਦਾ ਕਿਹਨੂੰ ਮਿਲੂਗਾ, ਨੁਕਸਾਨ ਕਿਹਦਾ ਹੋਊਗਾ, ਕਿਉਂਕਿ ਉਹ ਤਾਂ ਬਿੱਲ ਜਦੋਂ ਤੁਹਾਡਾ ਲਾਗੂ ਹੁੰਦਾ, ਬਿੱਲ ਸਾਹਮਣੇ ਬਣ ਕੇ ਆਉਂਦਾ, ਜਦੋਂ ਇੰਪਲੀਮੈਂਟੇਸ਼ਨ ਹੁੰਦੀ ਆ ਉਦੋਂ ਪਤਾ ਲੱਗਦਾ ਕਿ ਕਿਹਨੂੰ ਨੁਕਸਾਨ ਹੁੰਦਾ ਤੇ ਕਿਹਨੂੰ ਫਾਇਦਾ ਹੁੰਦਾ। ਉਸ ਤੋਂ ਪਹਿਲਾਂ ਤਾਂ ਸਾਰੇ ਕਿਆਸ ਲਗਾਏ ਜਾ ਸਕਦੇ ਆ ਤੇ ਰਾਜਨੀਤਿਕ ਪਾਰਟੀਆਂ ਵੀ ਕਿਆਸ ਲਾ ਰਹੀਆਂ ਤੇ ਕਿਸਾਨ ਵੀ ਕਿਆਸ ਲਾ ਰਹੇ ਆ। ਕਿਸਾਨਾਂ ਦਾ ਸਭ ਤੋਂ ਵੱਡਾ ਡਰ ਇਹ ਹੈ ਕਿ ਜਿਹੜੀ ਸਬਸਿਡੀ ਮਿਲ ਰਹੀ ਆ ਹੁਣ ਤੱਕ ਕਿਸਾਨੀ ਦੇ ਲਈ, ਖੇਤਾਂ ਦੇ ਵਿੱਚ ਜੋ ਬਿਜਲੀ ਜਾ ਰਹੀ ਆ ਉਹਦੇ ਲਈ ਜੋ ਸਬਸਿਡੀ ਮਿਲ ਰਹੀ ਹੈ, ਕਿਤੇ ਉਹ ਨਾ ਬੰਦ ਹੋ ਜੇ, ਕਿਤੇ ਉਹ ਮਿਲਣ ਦਾ ਪ੍ਰੋਸੀਜਰ ਔਖਾ ਨਾ ਹੋ ਜੇ। ਹੁਣ ਤੱਕ ਜਿਹੜੀ ਵੀ ਕਿਸਾਨਾਂ ਨੂੰ ਬਿਜਲੀ ਮਿਲ ਰਹੀ ਹੈ ਉਹਦੀ ਅਦਾਇਗੀ ਸਿੱਧੀ ਪਾਵਰਕਾਮ ਨੂੰ ਹੁੰਦੀ ਹੈ। ਜਿਹੜੀ ਵੀ ਕੰਪਨੀ ਹੈ, ਜਿਹੜੀਆਂ ਸਰਕਾਰੀ ਕੰਪਨੀ ਹੈ, PSPCL ਪੰਜਾਬ ਦੇ ਵਿੱਚ ਹੈ ਤੇ PSPCL ਨੂੰ ਪੈਸਾ ਜਾਂਦਾ ਸਿੱਧਾ ਤੇ ਕਿਸਾਨਾਂ ਨੂੰ ਕੋਈ ਲੈਣ ਦੇਣ ਦੀ ਲੋੜ ਨਹੀਂ ਪੈਂਦੀ, ਕਿਸਾਨਾਂ ਨੂੰ ਕੋਈ ਹਿਸਾਬ ਕਿਤਾਬ ਰੱਖਣ ਦੀ ਲੋੜ ਨਹੀਂ ਪੈਂਦੀ। ਉਹਨਾਂ ਨੂੰ ਜਿੰਨੀ ਵੀ ਬਿਜਲੀ ਮਿਲਦੀ ਹੈ, ਜਿੰਨੀ ਬਿਜਲੀ ਖਰਚ ਹੁੰਦੀ ਆ, PSPCL ਦੱਸ ਦਿੰਦਾ ਹੈ ਕਿ ਜੀ ਇੰਨੀਆਂ ਯੂਨਿਟਸ ਹੋ ਗਈਆਂ, ਇੰਨੇ 1000 ਯੂਨਿਟਸ ਹੋ ਗਈਆਂ ਖਰਚ ਤੇ ਸਾਨੂੰ ਉਹਦਾ ਪੈਸਾ ਮਿਲੇ ਤੇ ਉਹ ਸਰਕਾਰਾਂ ਵੱਲੋਂ ਉਹ ਪੈਸਾ ਦੇ ਦਿੱਤਾ ਜਾਂਦਾ। ਤੇ ਹੁਣ ਜਿਹੜੀ ਗੱਲ ਆ ਰਹੀ ਹੈ ਕਿ ਜੀ ਉਹ ਪੈਸਾ ਸਿੱਧਾ ਪਾਵਰਕਾਮ ਨੂੰ ਦੇਣ ਦੀ ਬਜਾਏ ਬੈਨੀਫਿਸ਼ਰੀ ਨੂੰ ਸਿੱਧਾ ਦਿੱਤਾ ਜਾਵੇ। ਜੇ ਕਿਸਾਨ ਨੂੰ ਸਬਸਿਡੀ ਮਿਲ ਰਹੀ ਹੈ ਤਾਂ ਕਿਸਾਨ ਦੇ ਖਾਤੇ 'ਚ ਜਾਵੇ ਸਿੱਧੀ ਤੇ ਕਿਸਾਨ ਸਰਕਾਰ ਨੂੰ ਪੇਮੈਂਟ ਕਰੇ। ਹੁਣ ਗੱਲ ਇਹ ਆ ਰਹੀ ਹੈ ਤੇ ਇਹੋ ਜਿਹੇ ਕਈ ਮਾਡਲ ਸਾਡੇ ਸਾਹਮਣੇ ਆਏ ਸੀ ਪਹਿਲਾਂ ਵੀ, ਜਿਨ੍ਹਾਂ ਦੇ ਵਿੱਚ ਲੋਕਾਂ ਨੂੰ ਆਪਦਾ ਨੁਕਸਾਨ ਹੁੰਦਾ ਦਿਖਿਆ। ਪਹਿਲਾਂ ਇੱਕ ਛੋਟੀ ਜਿਹੀ ਸਬਸਿਡੀ ਮਿਲਦੀ ਸੀ ਸਾਨੂੰ, ਗੈਸ ਦੀ ਸਬਸਿਡੀ ਦੇ ਵਿੱਚ ਬਦਲਾਵ ਲਿਆਂਦਾ ਗਿਆ। ਜਿਹੜਾ 400 ਰੁਪਏ ਦਾ ਗੈਸ ਹੁੰਦਾ ਸੀਗਾ, ਗੈਸ ਸਿਲੰਡਰ, ਉਹ ਸਾਨੂੰ 800-900 ਰੁਪਏ ਮਿਲਣ ਲੱਗ ਪਿਆ ਤੇ ਉਹਦੀ ਸਬਸਿਡੀ ਸਿੱਧੀ ਬੈਨੀਫਿਸ਼ਰੀ ਦੇ ਖਾਤੇ 'ਚ ਆਉਣ ਲੱਗ ਪਈ। ਕੁਛ ਟਾਈਮ ਤਾਂ ਉਹ ਸਬਸਿਡੀ ਓਨੀ ਕੁ ਆਈ ਜਿੰਨੀ ਆਉਣੀ ਚਾਹੀਦੀ ਸੀ। ਹੁਣ ਲੋਕਾਂ ਦੀ ਸ਼ਿਕਾਇਤ ਇਹ ਹੈ ਕਿ ਜੀ ਉਹ ਸਬਸਿਡੀ ਓਨੀ ਨਹੀਂ ਆਉਂਦੀ, ਕਦੇ 20 ਰੁਪਏ, ਕਦੇ 40 ਰੁਪਏ, ਕਦੇ 30 ਰੁਪਏ, ਇੰਨੀ ਕੁ ਸਬਸਿਡੀ ਮਿਲਦੀ ਹੈ ਸਾਨੂੰ। ਤੇ ਗੈਸ ਸਿਲੰਡਰ ਹੈ ਜਿਹੜਾ, ਉਹਦੀ ਕੀਮਤ ਬਹੁਤ ਜ਼ਿਆਦਾ ਵਧੀ ਹੈ, ਉਹ ਲਗਭਗ ਦੁੱਗਣੀ ਹੋ ਗਈ। ਸਬਸਿਡੀ ਸਾਨੂੰ ਘੱਟ ਮਿਲ ਰਹੀ ਹੈ ਤੇ ਸਾਨੂੰ ਮਹਿੰਗਾਈ ਦਾ ਜਿਹੜਾ ਭਾਰ ਹੈ ਉਹ ਆਪਦੇ ਮੋਢਿਆਂ ਤੇ ਚੱਕਣਾ ਪੈ ਰਿਹਾ। ਸਰਕਾਰ ਵੱਲੋਂ ਸਬਸਿਡੀ ਵਰਗਾ ਕੁਛ ਨਹੀਂ ਮਿਲ ਰਿਹਾ, ਇਹ ਲੋਕਾਂ ਦੀ ਸ਼ਿਕਾਇਤ ਆਈ। ਤੇ ਇਹੀ ਡਰ ਹੈ ਲੋਕਾਂ ਦਾ ਇੱਥੇ ਵੀ ਕਿ ਜੇ ਸਰਕਾਰ ਕਹੂਗੀ ਕਿ ਜੀ ਅਸੀਂ ਤੁਹਾਡੇ ਖਾਤੇ 'ਚ ਸਿੱਧੇ ਪੈਸੇ ਦਿੰਦੇ ਹਾਂ, ਸਰਕਾਰੀ ਅਫਸਰਾਂ ਨੇ ਆਪਦੇ ਰੈਗੂਲੇਸ਼ਨਸ ਦੇ ਨਾਲ, ਆਪਦੇ ਰੂਲਸ ਦੇ ਨਾਲ ਐਸਟੀਮੇਟ ਲੈ ਕੇ ਉਹ ਦੱਸ ਦੇਣਾ ਕਿ ਜੀ
1 ਕਿੱਲੇ ਦੇ ਵਿੱਚ ਖੇਤੀ ਕਰਨੀ ਹੈ ਤਾਂ ਉਹਦੇ ਲਈ ਸਾਨੂੰ ਪਾਣੀ ਦੇ ਲਈ ਤੇ ਹੋਰ ਜ਼ਰੂਰਤਾਂ ਦੇ ਲਈ ਇੰਨੀ ਬਿਜਲੀ ਆਪਾਂ ਉਪਲਬਧ ਕਰਵਾਉਣੀ ਹੁੰਦੀ ਹੈ, ਇੰਨੀ ਬਿਜਲੀ ਦੇਣੀ ਹੁੰਦੀ ਹੈ, ਇੰਨੀ ਬਿਜਲੀ ਪ੍ਰਾਪਤ ਹੁੰਦੀ ਹੈ, ਇੰਨੇ ਨਾਲ ਸਰਦਾ ਹੈ। ਤੇ ਜੇ ਉਹ ਗੱਲ ਹੋਈ ਕਿ ਜੀ 2 ਕਿੱਲੇ 5 ਕਿੱਲੇ 10 ਕਿੱਲੇ ਵਾਲੇ ਕਿਸਾਨ ਨਾਲ ਉਹ ਉਸੇ ਤਰੀਕੇ ਨਾਲ ਕੈਲਕੂਲੇਸ਼ਨ ਕਰਕੇ ਉਹਨੂੰ ਸਬਸਿਡੀ ਮਿਲਣ ਲੱਗ ਪਈ ਤੇ ਉਸ ਤੋਂ ਬਾਵਜੂਦ ਵੀ ਖਰਚਾ ਵੱਧ ਹੋਇਆ ਕਿਸਾਨਾਂ ਦਾ, ਤਾਂ ਕਿਸਾਨਾਂ ਦਾ ਰੌਲਾ ਇਹੀ ਹੈ ਕਿ ਜੀ ਉਹ ਖਰਚਾ ਅਸੀਂ ਕਿੱਥੋਂ ਪੂਰਾ ਕਰਾਂਗੇ। ਤੇ ਉਹਨਾਂ ਦਾ ਡਰ ਇਹ ਵੀ ਹੈ ਕਿ ਜੀ ਹੋ ਸਕਦਾ ਹੈ ਕਿ ਅਸੀਂ ਆਪਣੇ ਕੋਲੋਂ ਦੇਈਏ ਪੈਸੇ ਸਰਕਾਰ ਨੂੰ ਤੇ ਸਰਕਾਰ ਦੀ ਜੋ ਸਬਸਿਡੀ ਆਉਣੀ ਆ ਉਹ ਸਾਨੂੰ ਮਿਲੇ ਹੀ ਨਾ। ਤਾਂ ਲੋਕਾਂ ਦਾ ਖਦਸ਼ਾ ਇਹੀ ਹੈ, ਲੋਕਾਂ ਦੀ ਸ਼ੰਕਾ ਇਹੀ ਹੈ ਕਿ ਜੀ ਜੋ ਸਬਸਿਡੀ ਪਹਿਲਾਂ ਚੱਲ ਰਹੀ ਸੀ ਉਵੇਂ ਹੀ ਚੱਲਦੀ ਰਹੇ, ਉਹਦੇ 'ਚ ਬਦਲਾਵ ਨਾ ਹੋਵੇ। ਸੋ ਕਿਹੜੀ ਕੰਪਨੀਆਂ ਨੂੰ ਫਾਇਦਾ ਹੋਣ ਦਾ ਡਰ ਹੈ? ਜਿਹੜੀਆਂ ਕੰਪਨੀਆਂ ਇਸ ਕੰਟਰੈਕਟ ਦੇ ਵਿੱਚ ਆ ਸਕਦੀਆਂ, ਹੁਣ ਦੇਖੋ ਉਹਨਾਂ ਨੇ ਪਾਵਰ ਡਿਸਟ੍ਰੀਬਿਊਸ਼ਨ ਦਾ ਜਿਹੜਾ ਕੰਮ ਹੈ ਉਹ ਇਸ ਬਿੱਲ ਦੇ ਵਿੱਚ ਸਾਫ਼-ਸਾਫ਼ ਇਹ ਹੈ ਕਿ ਪਾਵਰ ਡਿਸਟ੍ਰੀਬਿਊਸ਼ਨ ਤੁਸੀਂ ਪ੍ਰਾਈਵੇਟਾਈਜ਼ ਕਰ ਸਕਦੇ ਹੋ। ਪਾਵਰ ਡਿਸਟ੍ਰੀਬਿਊਸ਼ਨ ਦਾ ਠੇਕਾ ਕੋਈ ਵੀ ਕੰਪਨੀ ਲੈ ਸਕਦੀ ਹੈ ਤੇ ਪਾਵਰ ਜਨਰੇਸ਼ਨ ਦਾ ਜਿਵੇਂ ਕੰਪਨੀਆਂ ਠੇਕਾ ਲੈਂਦੀਆਂ, ਅਡਾਨੀ ਗਰੁੱਪ ਭਾਰਤ ਦੇ ਵਿੱਚ ਸਭ ਤੋਂ ਵੱਡਾ ਗਰੁੱਪ ਹੈ ਜਿਹੜਾ ਪਾਵਰ ਜਨਰੇਸ਼ਨ ਦੇ ਵਿੱਚ ਬਹੁਤ ਵੱਡਾ ਕੰਮ ਕਰ ਰਿਹਾ, ਜਿਹੜਾ ਪਾਵਰ ਜਨਰੇਟ ਕਰਕੇ ਤੇ ਸਾਰੀਆਂ ਸਟੇਟਸ ਨੂੰ ਸਪਲਾਈ ਕਰਦਾ ਹੈ। ਉਸੇ ਤਰੀਕੇ ਨਾਲ ਹੁਣ ਜਦੋਂ ਪਾਵਰ ਡਿਸਟ੍ਰੀਬਿਊਸ਼ਨ ਦੇ ਟੈਂਡਰ ਨਿਕਲਣੇ ਆ, ਜਦੋਂ ਮੌਕਾ ਮਿਲੂ ਲੋਕਾਂ ਨੂੰ ਕਿ ਤੁਸੀਂ ਵੀ ਇਹਦੇ ਵਿੱਚ ਹੁਣ ਆ ਕੇ ਹਿੱਸੇਦਾਰੀ ਪਾ ਸਕਦੇ ਹੋ, ਟੈਂਡਰ ਲੈ ਕੇ ਕਿਸੇ ਵੀ ਸਟੇਟ ਦਾ ਪਾਵਰ ਡਿਸਟ੍ਰੀਬਿਊਸ਼ਨ ਦਾ ਕੰਮ ਸੰਭਾਲ ਸਕਦੇ ਹੋ, ਤਾਂ ਉਹਦੇ ਵਿੱਚ ਸਿੱਧੀ ਜੀ ਗੱਲ ਹੈ ਕਿ ਕੋਈ ਛੋਟਾ ਵਪਾਰੀ ਜਾਂ ਕੋਈ ਛੋਟਾ ਇੰਡਸਟਰੀਲਿਸਟ ਉਹਦੇ ਵਿੱਚ ਉਸ ਤਰੀਕੇ ਨਾਲ ਨਹੀਂ ਪਾਰਟਿਸਿਪੇਟ ਕਰ ਪਾਊਗਾ ਜਿਵੇਂ ਦੇਸ਼ ਦੇ ਵੱਡੇ ਇੰਡਸਟਰੀਲਿਸਟ ਹੈਗੇ ਆ ਉਹ ਕਰ ਪਾਉਣਗੇ, ਕਿਉਂਕਿ ਉਹਨਾਂ ਕੋਲ ਇਨਫਰਾਸਟ੍ਰਕਚਰ ਹੈ, ਉਹਨਾਂ ਕੋਲ ਪੈਸਾ ਹੈ, ਉਹਨਾਂ ਕੋਲ ਮੈਨ ਪਾਵਰ ਹੈ, ਉਹਨਾਂ ਕੋਲ ਸਾਰੀਆਂ ਸੁਵਿਧਾਵਾਂ ਹੈ, ਸਾਰੀਆਂ ਸੇਵਾਵਾਂ ਹੈ, ਤਾਂ ਉਹ ਕਿਤੇ ਨਾ ਕਿਤੇ ਇਹਨਾਂ ਨੂੰ ਡੋਮੀਨੇਟ ਕਰ ਪਾਉਣਗੀਆਂ। ਇਸ ਏਰੀਆ ਨੂੰ, ਪਾਵਰ ਡਿਸਟ੍ਰੀਬਿਊਸ਼ਨ ਦੇ ਏਰੀਆ ਨੂੰ ਵੀ ਡੋਮੀਨੇਟ ਕਰਨ ਦੇ ਵਿੱਚ ਉਹ ਕਾਮਯਾਬ ਹੋ ਜਾਣਗੀਆਂ, ਜਿੰਨੀਆਂ ਵੀ ਵੱਡੇ ਗਰੁੱਪ ਹੈਗੇ, ਜਿੰਨੀਆਂ ਵੱਡੀਆਂ ਕੰਪਨੀਆਂ। ਤੇ ਉੱਥੇ ਜਦੋਂ ਜਿਹੜੇ ਆਮ ਲੋਕੀ ਹੈ ਉਹਨਾਂ ਨੂੰ ਉੱਥੇ ਵੀ ਫਾਇਦਾ ਨਹੀਂ ਮਿਲਣਾ। ਫਾਇਦਾ ਇਹ ਹੋ ਸਕਦਾ ਹੈ ਕਿ ਜੀ ਜੇ ਪ੍ਰਾਈਵੇਟਾਈਜੇਸ਼ਨ ਹੁੰਦਾ ਤੇ ਹੋ ਸਕਦਾ ਹੈ ਕਿ ਪਾਵਰ ਦੇ ਲਾਸਿਸ ਹੈ ਉਹ ਥੋੜ੍ਹੇ ਘੱਟ ਜਾਣ, ਹੋ ਸਕਦਾ ਹੈ ਕਿ ਜਿਹੜੀ ਪਾਵਰ ਸਪਲਾਈ ਹੈ ਉਹ ਥੋੜ੍ਹੀ ਵਧੀਆ ਹੋ ਜੇ, ਲੋਕਾਂ ਦੇ ਘਰਾਂ ਤੱਕ ਜਿਹੜੀ ਬਿਜਲੀ ਆ ਰਹੀ ਹੈ ਉਹ ਥੋੜ੍ਹੀ ਵਧੀਆ ਤਰੀਕੇ ਨਾਲ ਆਵੇ। ਹੋ ਸਕਦਾ ਹੈ ਕਿ ਸਾਨੂੰ ਪਾਵਰ ਕੱਟ ਨਾ ਝੱਲਣੇ ਪੈਣ, ਵਾਰੀ-ਵਾਰੀ SDO ਨੂੰ ਫੋਨ ਨਾ ਕਰਨਾ ਪਵੇ, ਵਾਰੀ-ਵਾਰੀ ਲਾਈਨਮੈਨ ਨੂੰ ਫੋਨ ਨਾ ਕਰਨਾ ਪਵੇ। ਜੇ ਟਰਾਂਸਫਾਰਮਰ ਸੜਦਾ ਹੈ ਤਾਂ ਉਹ ਕਿਤੇ ਹਫਤਾ ਟਰਾਂਸਫਾਰਮਰ ਨਾ ਮਿਲੇ, ਇਹੋ ਜਿਹੀ ਸਿਚੁਏਸ਼ਨ ਨਹੀਂ ਆਊਗੀ। ਹੋ ਸਕਦਾ ਇਹਦੇ ਨਾਲ ਜੇ ਪ੍ਰਾਈਵੇਟਾਈਜੇਸ਼ਨ ਹੁੰਦੀ ਹੈ, ਸਰਵਿਸਿਜ਼ ਬੈਟਰ ਹੋਣ ਦੀ ਸੰਭਾਵਨਾ ਹੈ। ਤੇ ਉਸੇ ਤਰੀਕੇ ਨਾਲ ਸੰਭਾਵਨਾ ਇਹ ਵੀ ਹੈ ਕਿ ਸਰਵਿਸਿਜ਼ ਬੈਟਰ ਹੋਣ ਦੀ ਬਜਾਏ ਹੋਰ ਵੀ ਵਰਸ ਹੋ ਜਾਣ ਜੀ। ਤੇ ਅੰਦਾਜ਼ੇ ਸਾਰੇ ਲਗਾ ਰਹੇ ਆ, ਸਰਕਾਰ ਨੇ ਵੀ ਅੰਦਾਜ਼ਾ ਲਗਾਇਆ ਕਿ ਜੀ ਅਸੀਂ ਇਹ ਬਿੱਲ ਲੈ ਕੇ ਆਵਾਂਗੇ, ਸਾਡਾ ਇਹ ਪਲਾਨ ਹੈ, ਸਾਡੇ ਇਸ ਪਲਾਨ ਦੇ ਨਾਲ ਇਹ ਸਭ ਕੁਝ ਚੰਗਾ ਹੋ ਜਾਊਗਾ, ਸਮੱਸਿਆ ਘਟੂਗੀ। ਤੇ ਜਿਹੜੇ ਵਿਰੋਧ ਕਰ ਰਹੇ ਆ, ਜਿਹੜੇ ਕਿਸਾਨ ਹੈ, ਕਿਸਾਨਾਂ ਦੀ ਆਪਦੀ ਸਮੱਸਿਆ, ਜਿਹੜੇ ਹੋਰ ਵਿਰੋਧੀ ਹੈ ਤੇ ਜਿਹੜੀਆਂ ਰਾਜਨੀਤਿਕ ਪਾਰਟੀਆਂ ਇਹਦਾ ਵਿਰੋਧ ਕਰ ਰਹੀਆਂ, ਉਹਨਾਂ ਦੇ ਹੋਰ ਡਰ ਹੈ। ਤੇ ਉਹ ਸਾਰਿਆਂ ਦੇ ਡਰ ਹੈ ਆਪਣੇ, ਉਹ ਆਪਣੇ ਡਰਾਂ ਨੂੰ ਨਾਲ ਲੈ ਕੇ ਚੱਲਦੇ ਆ ਤੇ ਉਹਨਾਂ ਡਰਾਂ ਕਰਕੇ ਹੀ ਉਹ ਸਾਰੀਆਂ ਚੀਜ਼ਾਂ ਕਰ ਰਹੇ ਆ। ਇਸ ਮੁੱਦੇ ਨੂੰ ਵੱਡਾ ਬਣਾਇਆ ਹੋਇਆ ਕਿ ਜੀ ਇਹ ਹੋ ਸਕਦਾ ਹੈ ਕਿ ਜੇ ਇਹ ਹੋ ਜੇ ਤਾਂ ਉਹ ਹੋ ਜੇ ਜੀ। ਹੁਣ ਇਹ ਇੰਨੀ ਕੁ ਗੱਲ ਹੈ ਜਿਹੜੀ ਉਹੀ ਸਾਰਿਆਂ ਨੂੰ ਉਲਝਾ ਕੇ ਰੱਖਦੀ ਹੈ। ਸਰ, ਇੱਕ ਹੋਰ ਵੱਡੀ ਖਬਰ, ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 15 ਅਗਸਤ ਨੂੰ ਤੇ ਇਹਨਾਂ ਦਿਨਾਂ ਦੇ ਵਿੱਚ ਹਰ ਘਰ ਤਿਰੰਗਾ ਕੈਂਪੇਨ ਇਹ ਮੁਹਿੰਮ ਚਲਾਈ ਗਈ ਰਾਸ਼ਟਰ ਨਿਰਮਾਣ ਦੀ ਗਤੀਵਿਧੀਆਂ ਵਧਾਉਣ ਲਈ। ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਹੈ ਕਿ ਉਹਨਾਂ ਨੇ ਸਿੱਖ ਕੌਮ ਨੂੰ ਸੁਨੇਹਾ ਦਿੱਤਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਉਹ ਕੇਸਰੀ ਝੰਡਾ ਘਰਾਂ ਦੇ ਵਿੱਚ ਜ਼ਰੂਰ ਚਲਾਉਣ, ਕਿਉਂਕਿ ਉਹ ਕਹਿ ਰਹੇ ਨੇ ਕਿ ਇਹ ਪੁਰਾਣੀ ਰੀਤ ਆ ਵੀ ਜਦੋਂ ਵੀ ਸਿੱਖ ਫੌਜ ਮਾਰਚ ਕਰਦੀ ਹੈ ਤੇ ਕੇਸਰੀ ਝੰਡਾ ਅੱਗੇ ਜ਼ਰੂਰ ਹੁੰਦਾ। ਆਪਾਂ ਤਿਰੰਗੇ ਵਾਲੇ ਵੀ ਦਿਨ ਇਹੀ ਗੱਲ ਕੀਤੀ ਸੀ ਕੱਲ ਆਪਾਂ ਕਿ ਤਿਰੰਗਾ ਇੱਕ ਦਿਨ ਹੀ ਕਿਉਂ, ਤੇ ਕੇਸਰੀ ਝੰਡੇ ਦੀ ਵੀ ਗੱਲ ਕਰਦੇ ਹਾਂ ਤਾਂ ਕੇਸਰੀ ਝੰਡਾ ਵੀ ਇੱਕ ਦਿਨ ਕਿਉਂ? ਖਾਲਸੇ ਦੀ ਨਿਸ਼ਾਨੀ ਹੈ। ਖਾਲਸਾ ਤਾਂ ਹਰ ਸਮੇਂ ਤਿਆਰ ਰਹਿੰਦਾ ਹੈ, ਖਾਲਸਾ ਤਾਂ ਹਰ ਸਮੇਂ ਜੰਗ 'ਚ ਰਹਿੰਦਾ ਹੈ। ਉਹ ਚਾਹੇ ਕੋਈ ਵੀ ਜੰਗ ਹੋਵੇ, ਚਾਹੇ ਸਾਡੇ ਇੰਟਰਨਲ ਜੰਗ ਹੋਵੇ ਜਾਂ ਸਾਡੀ ਰਾਜਨੀਤਿਕ ਜੰਗ ਹੋਵੇ ਜਾਂ ਸਾਡੀ ਸਮਾਜਿਕ ਜੰਗ ਹੋਵੇ, ਅਸੀਂ ਹਮੇਸ਼ਾ ਜੰਗ 'ਚ ਰਹਿੰਦੇ ਹਾਂ। ਤੇ ਫਿਰ ਹਮੇਸ਼ਾ ਉਹ ਸਾਡੇ ਝੰਡੇ ਕਿਉਂ ਨਹੀਂ ਝੁਲਣੇ ਚਾਹੀਦੇ? ਹਮੇਸ਼ਾ ਝੁਲਣੇ ਚਾਹੀਦੇ ਆ। ਤੇ ਜੇ ਸਿਮਰਨਜੀਤ ਮਾਨ ਹੁਣ ਇੱਥੇ ਕਹਿੰਦੇ ਆ ਕਿ ਜੀ ਇਹਨਾਂ ਦਿਨਾਂ 'ਚ ਝੂਲਣੇ ਚਾਹੀਦੇ ਆ ਝੰਡੇ, ਇਹਨਾਂ ਦਿਨਾਂ 'ਚ ਤੁਸੀਂ ਕੇਸਰੀ ਨਿਸ਼ਾਨ ਲਗਾਓ, ਤਾਂ
ਫਿਰ ਮੈਂ ਬਸ਼ਰਤੇ ਕਹਿ ਸਕਦਾ ਕਿ ਉਹਨਾਂ ਦਾ ਕਿਤੇ ਨਾ ਕਿਤੇ ਰਾਜਨੀਤਿਕ ਕੋਈ ਸਿਆਸੀ ਉਹਨਾਂ ਦਾ ਲਾਭ ਉਹਨਾਂ ਨੂੰ ਦਿਖਦਾ ਇਹਦੇ ਪਿੱਛੇ, ਤਾਂ ਉਹ ਕਹਿ ਰਹੇ ਆ। ਅਦਰਵਾਈਜ਼ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਕੇਸਰੀ ਝੰਡੇ ਝੂਲਣੇ ਚਾਹੀਦੇ ਆ, ਝੂਲ ਰਹੇ ਆ ਪਹਿਲਾਂ ਹੀ ਜੀ। ਖਾਲਸੇ ਦੇ ਝੰਡੇ ਹਮੇਸ਼ਾ ਤੋਂ ਝੂਲ ਰਹੇ ਆ, ਤੇ ਉਹ ਖਾਲਸੇ ਦੇ ਝੰਡੇ ਕਿਸੇ ਦੇ ਮੁਹਤਾਜ ਨਹੀਂ ਹੈ। ਉਹ ਇਹ ਨਹੀਂ ਉਡੀਕ ਰਹੇ ਕਿ ਕੋਈ ਲੀਡਰ ਉੱਠੂਗਾ ਤੇ ਉਹ ਕਹੂਗਾ ਜੀ ਆਹ 5 ਦਿਨ ਦੇ ਲਈ ਤੁਸੀਂ ਝੰਡੇ ਲਗਾ ਲਓ ਆਪਣੇ ਘਰਾਂ ਤੇ ਉਹ ਲੱਗ ਜਾਣਗੇ। ਖਾਲਸੇ ਦੇ ਝੰਡੇ ਹਮੇਸ਼ਾ ਹੀ ਝੂਲਦੇ ਆ ਰਹੇ ਆ ਤੇ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਹੈ। ਤੇ ਜੇ ਇਹ ਚਾਹੁੰਦੇ ਆ ਕਿ ਅਸੀਂ ਲੋਕਾਂ ਨੂੰ ਗੁੰਮਰਾਹ ਕਰੀਏ, ਆਪਣੇ ਲੋਕਾਂ ਨੂੰ ਜਿਹੜੇ ਭੋਲੇ ਭਾਲੇ ਲੋਕ ਹੈ, ਤੇ ਉਹਨਾਂ ਨੂੰ ਗੁੰਮਰਾਹ ਕਰਕੇ ਕਿਸੇ ਹੋਰ ਰਾਹ ਪਾਈਏ ਤੇ ਆਪ ਦਾ ਸਿਆਸੀ ਫਾਇਦਾ ਖੱਟੀਏ, ਤਾਂ ਮੈਨੂੰ ਲੱਗਦਾ ਉਹਦੇ ਲਈ ਇਹਨਾਂ ਨੂੰ ਬਹਿ ਕੇ ਆਪਣੇ ਆਪ ਨੂੰ ਝਾਤ ਮਾਰਨੀ ਚਾਹੀਦੀ ਹੈ ਤੇ ਦੇਖਣਾ ਚਾਹੀਦਾ ਆਪਣੇ ਅੰਦਰ ਕਿ ਕੋਈ ਖਾਲਸਾ ਬਚਿਆ ਹੈ ਅੰਦਰ ਜਾਂ ਨਹੀਂ ਜੀ। ਆਪਣੇ ਅੰਦਰ ਦਾ ਖਾਲਸਾ ਜਗਾਉਣਾ ਚਾਹੀਦਾ ਤੇ ਖਾਲਸ ਹੋ ਕੇ ਲੋਕਾਂ ਲਈ, ਪੂਰੀ ਦੁਨੀਆ ਲਈ, ਸਰਬੱਤ ਲਈ ਕੰਮ ਕਰਨਾ ਚਾਹੀਦਾ। ਬਿਲਕੁਲ ਸਰ। ਸੋ ਅਗਲੇ ਸੈਗਮੈਂਟ ਵੱਲ ਚੱਲਦੇ ਹਾਂ ਸਰ, ਦੇਖ ਲੈਂਦੇ ਹਾਂ ਅੱਜ ਦੀਆਂ ਮੁੱਖ ਖਬਰਾਂ। ਜੀ। ਗੈਰ ਕਾਨੂੰਨੀ ਮਾਈਨਿੰਗ ਦੀਆਂ ਸ਼ਿਕਾਇਤਾਂ ਤੇ ਰੂਪਨਗਰ ਦਾ ਕਾਰਜਕਾਰੀ ਇੰਜੀਨੀਅਰ ਮਾਈਨਿੰਗ ਮੁਅੱਤਲ ਪੰਜਾਬ ਸਰਕਾਰ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਸੰਬੰਧੀ ਅਖਤਿਆਰ ਕੀਤੀ ਗਈ ਜ਼ੀਰੋ ਟੋਲਰੈਂਸ ਨੀਤੀ ਤਹਿਤ ਅੱਜ ਇੱਕ ਹੋਰ ਵੱਡੀ ਕਾਰਵਾਈ ਕਰਦਿਆਂ ਕਾਰਜਕਾਰੀ ਇੰਜੀਨੀਅਰ ਖਨਨ ਰੂਪਨਗਰ ਪੁਨੀਤ ਸ਼ਰਮਾ ਨੂੰ ਡਿਊਟੀ ਦੌਰਾਨ ਅਣਗਹਿਲੀ ਕਰਨ ਦੇ ਦੋਸ਼ਾਂ ਅਧੀਨ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਖਨਨ ਤੇ ਭੂ ਵਿਗਿਆਨ ਅਤੇ ਜਲ ਸਰੋਤ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੁਨੀਤ ਸ਼ਰਮਾ ਖਿਲਾਫ ਉਸ ਦੇ ਅਧੀਨ ਆਉਂਦੇ ਖੇਤਰ ਵਿੱਚ ਲਗਾਤਾਰ ਗੈਰ ਕਾਨੂੰਨੀ ਮਾਈਨਿੰਗ ਦੀਆਂ ਸ਼ਿਕਾਇਤਾਂ ਅਤੇ ਰਿਪੋਰਟਾਂ ਮਿਲ ਰਹੀਆਂ ਸਨ, ਜਿਸ ਨੂੰ ਦੇਖਦੇ ਹੋਏ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਬਰਸਾਤੀ ਮੌਸਮ ਵਿੱਚ ਮਾਈਨਿੰਗ ਕਰਨ ਦੀ ਮਨਾਹੀ ਦੇ ਬਾਵਜੂਦ ਰੂਪਨਗਰ ਜ਼ਿਲ੍ਹੇ ਦੇ ਖੇੜਾ, ਕਲਮੋਟ ਅਤੇ ਹੋਰ ਖੇਤਰਾਂ ਵਿੱਚ ਰਾਤ ਦੇ ਸਮੇਂ ਮਾਈਨਿੰਗ ਦੀਆਂ ਸ਼ਿਕਾਇਤਾਂ ਮਿਲੀਆਂ ਸਨ। 15 ਅਗਸਤ ਨੂੰ ਘਰਾਂ ਤੇ ਨਿਸ਼ਾਨ ਸਾਹਿਬ ਚਲਾਓ, ਸਿਮਰਨਜੀਤ ਸਿੰਘ ਮਾਨ ਸਿੱਖ ਕੌਮ ਨੂੰ ਸੱਦਾ ਦੇ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 15 ਅਗਸਤ ਨੂੰ ਲੈ ਕੇ ਜਿੱਥੇ ਦੇਸ਼ ਵਾਸੀਆਂ ਨੂੰ ਘਰਾਂ ਤੇ ਤਿਰੰਗਾ ਝੰਡਾ ਲਹਿਰਾਉਣ ਦੀ ਅਪੀਲ ਕੀਤੀ ਗਈ ਹੈ, ਉੱਥੇ ਹੀ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਤੇ ਕੇਸਰੀ ਝੰਡਾ ਨਿਸ਼ਾਨ ਸਾਹਿਬ ਚਲਾਉਣ। ਐਮਪੀ ਮਾਨ ਵੱਲੋਂ ਇਹ ਅਪੀਲ ਟਵੀਟ ਰਾਹੀਂ ਕੀਤੀ ਗਈ ਹੈ। ਉਹਨਾਂ ਟਵਿੱਟਰ ਤੇ ਜਾਰੀ ਵੀਡੀਓ ਵਿੱਚ ਕਿਹਾ ਹੈ ਕਿ ਜਦੋਂ ਵੀ ਸਿੱਖ ਫੌਜਾਂ ਮਾਰਚ ਕਰਦੀਆਂ ਹਨ ਤਾਂ ਉਹਨਾਂ ਦੇ ਅੱਗੇ ਇੱਕ ਫੌਜੀ ਦੇ ਹੱਥ ਵਿੱਚ ਨਿਸ਼ਾਨ ਸਾਹਿਬ ਹੁੰਦਾ ਹੈ ਅਤੇ ਉਸ ਪਿੱਛੋਂ ਗੁਰੂ ਗ੍ਰੰਥ ਸਾਹਿਬ ਹੁੰਦੇ ਹਨ ਤੇ ਫਿਰ ਫੌਜ। ਉਹਨਾਂ ਕਿਹਾ ਕਿ ਇਹ ਰੀਤ ਹੈ ਕਿ ਸਿੱਖ ਕੌਮ ਦਾ ਝੰਡਾ ਹਮੇਸ਼ਾ ਝੂਲਦਾ ਰਹੇ। ਲਾਲਜੀਤ ਭੁੱਲਰ ਮੁੜ ਵਿਵਾਦਾਂ 'ਚ ਲਾਲ ਕਿਲਾ ਹਿੰਸਾ 'ਚ ਆਏ ਨਜ਼ਰ। ਖਹਿਰਾ ਨੇ ਮਾਨ ਤੇ ਕੇਜਰੀਵਾਲ ਤੋਂ ਮੰਗਿਆ ਜਵਾਬ। ਭਗਵੰਤ ਮਾਨ ਸਰਕਾਰ ਦੇ ਟਰਾਂਸਪੋਰਟ ਮੰਤਰੀ ਮੁੜ ਵਿਵਾਦਾਂ 'ਚ ਘਿਰਦੇ ਨਜ਼ਰ ਆ ਰਹੇ ਹਨ। ਇਸ ਵਾਰ ਉਹ ਬੀਤੇ ਸਾਲ ਕਿਸਾਨ ਅੰਦੋਲਨ ਦੌਰਾਨ ਲਾਲ ਕਿਲਾ ਹਿੰਸਾ ਦੀ ਇੱਕ ਵੀਡੀਓ ਵਿੱਚ ਨਜ਼ਰ ਆ ਰਹੇ ਹਨ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵਿੱਟਰ ਤੇ ਵੀਡੀਓ ਜਾਰੀ ਕਰਦੇ ਹੋਏ ਮੁੱਖ ਮੰਤਰੀ ਮਾਨ ਅਤੇ ਅਰਵਿੰਦ ਕੇਜਰੀਵਾਲ ਤੋਂ ਜਵਾਬ ਮੰਗਿਆ ਹੈ। ਹਾਲਾਂਕਿ ਕੇਜਰੀਵਾਲ ਜਾਂ ਮਾਨ ਦੀ ਇਸ ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਇਹ ਵੀਡੀਓ 26 ਜਨਵਰੀ ਦੀ ਹੈ ਜਦੋਂ ਦੀਪ ਸਿੱਧੂ ਦੇ ਨਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਦਾ ਝੰਡਾ ਚਲਾਇਆ ਸੀ। ਵੀਡੀਓ ਵਿੱਚ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੀ ਵਿਖਾਈ ਦੇ ਰਹੇ ਹਨ। ਦੱਸ ਦਈਏ ਕਿ ਇਸ ਮਾਮਲੇ 'ਚ ਦੀਪ ਸਿੱਧੂ ਸਮੇਤ ਕਈ ਨੌਜਵਾਨਾਂ ਤੇ ਕੇਸ ਦਰਜ ਕੀਤਾ ਗਿਆ ਸੀ ਅਤੇ ਕਈ ਗ੍ਰਿਫਤਾਰੀਆਂ ਵੀ ਹੋਈਆਂ ਸਨ। ਅੰਗੂਠੇ ਦੇ ਨਿਸ਼ਾਨ ਤੋਂ ਸਰਵਣ ਸਿੰਘ ਨੇ ਕੀਤੀ ਭਤੀਜੇ ਦੀ ਪਛਾਣ। ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਹੋਈ ਮੁਲਾਕਾਤ। ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਸਿਰਫ ਮਨੋਰੰਜਨ ਜਾਂ ਦੁਨੀਆ ਭਰ ਦੀ ਜਾਣਕਾਰੀ ਦਾ ਸਾਧਨ ਹੀ ਨਹੀਂ, ਸਗੋਂ ਸੋਸ਼ਲ ਮੀਡੀਆ ਰਾਹੀਂ ਕਈ ਵਿਛੜੇ ਹੋਏ ਲੋਕ ਵੀ ਆਪਣੇ ਪਿਆਰਿਆਂ ਨੂੰ ਮਿਲਣ ਦੇ ਯੋਗ ਹੋ ਗਏ ਹਨ। ਅਜਿਹਾ ਇੱਕ ਮਾਮਲਾ ਅੱਜ ਸਾਹਮਣੇ ਆਇਆ ਹੈ। ਇਹ ਸੋਸ਼ਲ ਮੀਡੀਆ ਦੀ ਮਦਦ ਨਾਲ ਹੀ ਪੰਜਾਬ ਦਾ ਰਹਿਣ ਵਾਲਾ ਸਰਵਣ ਸਿੰਘ ਕਰੀਬ 75 ਸਾਲਾਂ ਬਾਅਦ ਆਪਣੇ ਭਤੀਜੇ ਨੂੰ ਮਿਲ ਸਕਿਆ ਹੈ, ਜੋ ਆਜ਼ਾਦੀ ਤੋਂ ਬਾਅਦ ਦੀ ਵੰਡ ਦੌਰਾਨ ਉਸ ਤੋਂ ਵਿਛੜ ਗਿਆ ਸੀ। ਇਹ ਸਨ ਸਰ ਅੱਜ ਦੀਆਂ ਮੁੱਖ ਖਬਰਾਂ। ਅੱਜ ਦੀ ਸਰਕਾਰੀ ਖਬਰ ਦੇ ਵਿੱਚ ਕੀ ਹੈ ਪੜ੍ਹਦੇ ਹਾਂ ਜੀ। ਖਨਨ ਮੰਤਰੀ ਹਰਜੋਤ ਬੈਂਸ ਦੇ ਹੁਕਮਾਂ ਤੇ ਐਕਸੀਅਨ ਖਨਨ ਰੂਪਨਗਰ ਮੁਅੱਤਲ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਸੰਬੰਧੀ ਅਖਤਿਆਰ ਕੀਤੀ ਗਈ ਜ਼ੀਰੋ ਟੋਲਰੈਂਸ ਨੀਤੀ ਤਹਿਤ ਅੱਜ ਇੱਕ ਹੋਰ ਵੱਡੀ ਕਾਰਵਾਈ ਕਰਦਿਆਂ ਕਾਰਜਕਾਰੀ ਇੰਜੀਨੀਅਰ ਖਨਨ ਰੂਪਨਗਰ ਪੁਨੀਤ ਸ਼ਰਮਾ ਨੂੰ ਡਿਊਟੀ ਦੌਰਾਨ ਅਣਗਹਿਲੀ ਕਰਨ ਦੇ ਦੋਸ਼ਾਂ ਅਧੀਨ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਪੁਨੀਤ ਸ਼ਰਮਾ ਖਿਲਾਫ ਉਸ ਦੇ ਅਧੀਨ ਆਉਂਦੇ ਖੇਤਰ ਵਿੱਚ ਲਗਾਤਾਰ ਗੈਰ ਕਾਨੂੰਨੀ ਮਾਈਨਿੰਗ ਦੀਆਂ ਸ਼ਿਕਾਇਤਾਂ ਅਤੇ ਰਿਪੋਰਟਾਂ ਮਿਲ ਰਹੀਆਂ ਸਨ। ਉਸ ਨੂੰ ਵੇਖਦੇ ਹੋਏ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਬਰਸਾਤੀ ਮੌਸਮ ਵਿੱਚ ਮਾਈਨਿੰਗ ਕਰਨ ਦੀ ਮਨਾਹੀ ਦੇ ਬਾਵਜੂਦ ਰੂਪਨਗਰ ਜ਼ਿਲ੍ਹੇ ਦੇ ਖੇੜਾ, ਕਲਮੋਟ ਅਤੇ
ਹੋਰ ਖੇਤਰਾਂ ਵਿੱਚ ਰਾਤ ਦੇ ਸਮੇਂ ਮਾਈਨਿੰਗ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਇਹ ਬਿਲਕੁਲ ਠੀਕ ਕਾਰਵਾਈ ਹੈ ਜੀ। ਜੇ ਮਾਈਨਿੰਗ ਦੇ ਖਿਲਾਫ ਸਾਨੂੰ ਜੰਗ ਵਿੱਢਣੀ ਹੈ ਤਾਂ ਇਹੋ ਜਿਹੀਆਂ ਕਾਰਵਾਈਆਂ ਕਰਨੀਆਂ ਪੈਣਗੀਆਂ, ਇਹੋ ਜਿਹੀ ਸ਼ੁਰੂਆਤ ਕਰਨੀ ਪਊਗੀ। ਕਿਉਂਕਿ ਅਫਸਰ ਇਹ ਕਹਿ ਕੇ ਪੱਲਾ ਨਹੀਂ ਝਾੜ ਸਕਦੇ ਕਿ ਜੀ ਸਾਨੂੰ ਤਾਂ ਪਤਾ ਹੀ ਨਹੀਂ ਮਾਈਨਿੰਗ ਕੌਣ ਕਰ ਰਿਹਾ ਤੇ ਕਦੋਂ ਕਰ ਰਿਹਾ, ਜਾਂ ਰਾਤ ਦੇ ਵੇਲੇ ਮਾਈਨਿੰਗ ਹੋ ਰਹੀ ਹੈ ਜਾਂ ਨਹੀਂ ਹੋ ਰਹੀ, ਅਸੀਂ ਤਾਂ ਆਪਣੀ ਡਿਊਟੀ ਸਖਤ ਦੇ ਰਹੇ ਹਾਂ ਜੀ। ਇਹ ਸਾਰੀਆਂ ਗੱਲਾਂ ਕੰਮ ਨਹੀਂ ਆਉਣੀਆਂ, ਕਿਉਂਕਿ ਜ਼ਮੀਨੀ ਪੱਧਰ ਤੇ ਅਸਲੀਅਤ ਕੁਝ ਹੋਰ ਹੀ ਨਜ਼ਰ ਆਉਂਦੀ ਹੈ। ਅਸੀਂ ਕਹੀਏ ਕੁਝ ਵੀ, ਅਸੀਂ ਕਹਿਣ ਨੂੰ ਦਾਅਵੇ ਕਰ ਦਈਏ ਕਿ ਅਸੀਂ ਬਿਲਕੁਲ ਜ਼ੀਰੋ ਟੋਲਰੈਂਸ ਪਾਲਿਸੀ ਹੈ ਤੇ ਅਸੀਂ ਬਿਲਕੁਲ ਜ਼ਮੀਨੀ ਪੱਧਰ ਤੇ ਹੋਣ ਹੀ ਨਹੀਂ ਦੇ ਰਹੇ ਮਾਈਨਿੰਗ, ਪਰ ਪਿੱਛੋਂ ਸਾਨੂੰ ਪਤਾ ਹੈ, ਇਹ ਵੀ ਪਤਾ ਹੈ ਕਿ ਅਮਲੀ ਤੌਰ ਤੇ ਉੱਥੋਂ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ, ਟਰਾਲੇ ਦੇ ਟਰਾਲੇ ਭਰ ਕੇ ਉੱਥੋਂ ਰੇਤੇ ਦੇ ਜਾ ਰਹੇ ਆ, ਉੱਥੇ ਮਿੱਟੀ ਪੱਟੀ ਜਾ ਰਹੀ ਹੈ ਲਗਾਤਾਰ। ਤੇ ਇਹੋ ਜਿਹੇ ਅਫਸਰਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਮੰਤਰੀ ਸਾਹਿਬ ਨੇ ਬਿਲਕੁਲ ਠੀਕ ਕਾਰਵਾਈ ਕੀਤੀ ਹੈ। ਤੇ ਨਾਲ ਨਾਲ ਹੋਰ ਵੀ ਜਿੰਨੇ ਵੀ ਇਹੋ ਜਿਹੇ ਇਲਾਕਿਆਂ ਦੇ ਵਿੱਚ ਕੰਮ ਹੋ ਰਹੇ ਆ, ਇਹ ਸਭ ਨੂੰ ਪਤਾ ਹੈ, ਜੱਗ ਜ਼ਾਹਿਰ ਹੈ ਕਿ ਮਾਈਨਿੰਗ ਹੋ ਰਹੀ ਹੈ, ਲਗਾਤਾਰ ਹੋ ਰਹੀ ਹੈ। ਤੇ ਉਹ ਜੇ ਲਗਾਤਾਰ ਹੋ ਰਹੀ ਹੈ ਤਾਂ ਲਗਾਤਾਰ ਕਾਰਵਾਈ ਵੀ ਹੋਣੀ ਚਾਹੀਦੀ ਹੈ। ਕਾਰਵਾਈ ਕਿਤੇ ਮੀਡੀਆ ਨੂੰ ਦਿਖਾਉਣ ਲਈ ਨਹੀਂ ਕਰਨੀ ਚਾਹੀਦੀ, ਕਾਰਵਾਈ 2-4 ਲੋਕਾਂ ਤੇ ਇਸ ਲਈ ਨਹੀਂ ਕਰਨੀ ਚਾਹੀਦੀ ਕਿ ਵਾਹ-ਵਾਹੀ ਖੱਟੀ ਜਾਵੇ। ਕਾਰਵਾਈ ਇਸ ਲਈ ਹੋਣੀ ਚਾਹੀਦੀ ਹੈ ਕਿ ਉਹਨੂੰ ਚੰਗੀ ਤਰ੍ਹਾਂ ਰੋਕਿਆ ਜਾ ਸਕੇ ਜੀ। ਸੋ ਅੱਜ ਦੇ ਐਪੀਸੋਡ ਨੂੰ ਕੰਕਲੂਡ ਕਿੱਦਾਂ ਕਰੀਏ ਸਰ? ਖਬਰਾਂ ਵਿੱਚੋਂ ਖਬਰ ਸੁਣੀ, ਖਬਰ ਦੇ ਵਿੱਚ ਹੈ ਹੱਲ, ਹੱਲ ਹਰ ਗੱਲ ਦਾ ਨਿਕਲਦਾ ਹੈ, ਅੱਜ ਨਿਕਲੇ ਜਾਂ ਕੱਲ। ਫਿਕਰ ਤਾਂ ਹੈ ਸਰਕਾਰਾਂ ਸਾਡੀਆਂ ਕਰਨਾ ਦੇਵਣ ਦੇਰ, ਸਰਕਾਰ ਦੀ ਡੀਕ 'ਚ ਬੈਠੇ ਬੈਠੇ ਹੋ ਨਾ ਜਾਈਏ ਢੇਰ, ਸਰਕਾਰ ਦੀ ਡੀਕ 'ਚ ਬੈਠੇ ਬੈਠੇ ਹੋ ਨਾ ਜਾਈਏ ਢੇਰ। ਬਹੁਤ ਬਹੁਤ ਧੰਨਵਾਦ ਤੁਹਾਡਾ ਸਰ। ਸੋ ਖਬਰਾਂ ਵਿੱਚੋਂ ਖਬਰ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਆਪਣੇ ਸੁਝਾਅ ਸਾਨੂੰ ਜ਼ਰੂਰ ਦਿਓ ਜੀ ਕਮੈਂਟ ਸੈਕਸ਼ਨ ਦੇ ਵਿੱਚ। ਡੂ ਨਾਟ ਫੋਰਗੇਟ ਟੂ ਸਬਸਕ੍ਰਾਈਬ ਟੂ ਆਵਰ ਚੈਨਲ ਐਂਡ ਡਾਊਨਲੋਡ ਆਰ ਐਪ। ਸਤਿ ਸ਼੍ਰੀ ਅਕਾਲ।